यात्राओं के दौरान संवैधानिक संस्थाओं के पतन का सवाल उठाते रहे हैं। इस घोषणा पत्र में कांग्रेस ने इन संस्थाओं को फिर से तटस्थ और स्वायत्त बनाने का लंबा चौड़ा सुझाव पेश कर। तो ये सारा का सारा स्ट्रक्चर कंट्रोल्ड है, रिग्ड है। इसलिए बहुत जरूरी है कि जनता इस बात को समझे कि ये नॉर्मल चुनाव नहीं है, ये लोकतंत्र को बचाने का, संविधान को बचाने का चुनाव है। क्या हमारे देश में डेमोक्रेसी खत्म हो चुकी है? ये एक बड़ा सीरियस सवाल है। आप में से कई लोग इस सवाल को सुनकर जवाब देंगे ऑब्वियसली नहीं। हम जिस पॉलिटिकल पार्टी को चाहें उसको वोट दे सकते हैं। ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵੋਟਾਂ ਦਾ ਮਾਹੌਲ ਪੂਰੇ ਦੇਸ਼ ਦੇ ਵਿੱਚ ਛਾਇਆ ਹੋਇਆ ਹੈ। ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਵਾਅਦੇ ਕੀਤੇ ਜਾ ਰਹੇ ਹੈ ਤੇ ਸਾਰੀਆਂ ਪਾਰਟੀਆਂ ਵੱਲੋਂ ਇੱਕ ਦੂਸਰੇ ਦੀ ਮੁਖਾਲਫਤ ਵੀ ਕੀਤੀ ਜਾ ਰਹੀ ਹੈ। ਸੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਆਪਾਂ ਹਰ ਵਾਰ ਦੇਖਦੇ ਹਾਂ ਤੇ ਇਸ ਵਾਰ ਵੀ ਆਪਾਂ ਨੂੰ ਦਿਖਾਈ ਦੇ ਰਹੀਆਂ ਨੇ, ਪਰੰਤੂ ਕੁਝ ਨਵੀਆਂ ਚੀਜ਼ਾਂ ਨੇ ਜਿਹੜੀਆਂ ਇਸ ਵਾਰ ਕੁਝ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ। ਵਿਰੋਧੀ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਦਮਨ ਕਰਨ ਦੀ ਕੋਸ਼ਿਸ਼ ਕਰਨਾ ਅਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਹੈ ਜਿਹੜੇ ਉਹਨਾਂ ਨੂੰ ਖਰੀਦੇ ਜਾਣਾ ਤੇ ਉਹਨਾਂ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋਣਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਕੋਈ ਮਨੀ ਟ੍ਰੇਲ ਨਾ ਮਿਲਣ ਤੋਂ ਬਾਅਦ ਵੀ ਉਹਨਾਂ ਨੂੰ ਹਜੇ ਤੱਕ ਰਿਆਇਤ ਨਹੀਂ ਦਿੱਤੀ ਗਈ ਅਤੇ ਉਹ ਹਜੇ ਤੱਕ ਅੰਦਰ ਬੰਦ ਨੇ। ਅਤੇ ਸੰਜੇ ਸਿੰਘ ਬਾਹਰ ਆ ਚੁੱਕੇ ਹੈ ਜੋ ਕਿ ਉਹਨਾਂ ਆਮ ਆਦਮੀ ਪਾਰਟੀ ਲਈ ਕਿਤੇ ਨਾ ਕਿਤੇ ਖੁਸ਼ੀ ਦੀ ਗੱਲ ਹੈ। ਮਨੀਸ਼ ਸਿਸੋਦੀਆ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੀ ਵੀ ਹਜੇ ਤੱਕ ਕੋਈ ਰਿਆਇਤ ਉਹਨਾਂ ਨੂੰ ਨਹੀਂ ਦਿੱਤੀ ਗਈ। ਬਾਕੀ ਸਾਰੀਆਂ ਚੀਜ਼ਾਂ ਨੂੰ ਵੀ ਦੇਖਦੇ ਹੋਏ ਜਿਹੜੇ ਸੀਟਿੰਗ ਸੀਐਮ ਨੂੰ ਬਿਨਾਂ ਕਿਸੇ ਐਵੀਡੈਂਸ ਦੇ ਇੱਦਾਂ ਕਿਸੇ ਗੌਰਮੈਂਟ ਇੰਸਟੀਟਿਊਸ਼ਨ ਵੱਲੋਂ ਹੈ ਜਿਹੜਾ ਗ੍ਰਿਫਤਾਰ ਕਰ ਲਿਆ ਜਾਣਾ ਕਾਫੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਵੋਟਾਂ ਦੇ ਵਿੱਚ ਬਿਨਾਂ ਮਨੀ ਟ੍ਰੇਲ ਮਿਲੇ ਕਿਸੇ ਨੂੰ ਗ੍ਰਿਫਤਾਰ ਕਰਨਾ, ਉਹਦੇ ਖਿਲਾਫ ਕੋਈ ਐਵੀਡੈਂਸ ਨਾ ਹੋਣਾ, ਈਡੀ ਨੂੰ ਇੰਨੀਆਂ ਪਾਵਰਾਂ ਦੇ ਦੇਣਾ ਕਿ ਉਹ ਉਹਨਾਂ ਦੀ ਜਿਹੜੀ ਉਹ ਹੈ ਜਾਂ ਆਪਣਾ PMLA ਦਾ ਜਿਹੜੇ ਕਾਨੂੰਨ ਹੈ ਉਹਨਾਂ ਦੇ ਵਿੱਚ ਇੰਨੀਆਂ ਪਾਵਰਾਂ ਦੇ ਦੇਣਾ ਕਿ ਆਪਣੀ ਗੱਲ ਰੱਖਣ ਦੀ ਬੰਦੇ ਨੂੰ ਇਜਾਜ਼ਤ ਤੱਕ ਨਹੀਂ। ਜਦੋਂ ਕਿ ਆਪਾਂ ਦੇਖਦੇ ਹਾਂ ਕਿ ਜੇ ਦੇਸ਼ ਲੋਕਤੰਤਰ ਹੈ ਤਾਂ ਉਹਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਹੱਕ ਹੋਣਾ ਚਾਹੀਦਾ ਹੈ। ਜੇ ਤੁਹਾਡੇ ਖਿਲਾਫ ਕੋਈ ਵੀ ਇੱਕ ਸਟੇਟਮੈਂਟ ਦੇ ਦਿੰਦਾ ਕਿ ਹਾਂ ਇਸ ਕ੍ਰਾਈਮ ਦੇ ਵਿੱਚ ਉਹ ਵੀ ਮੇਰਾ ਸਾਥੀ ਹੈ, ਤਾਂ ਬਿਨਾਂ ਕਿਸੇ ਸੁਣਵਾਈ, ਬਿਨਾਂ ਕਿਸੇ ਐਵੀਡੈਂਸ ਦੇ ਤੁਹਾਨੂੰ ਚੱਕ ਕੇ ਅੰਦਰ ਕਰ ਦਿੱਤਾ ਜਾਂਦਾ ਹੈ, ਜੋ ਕਿ ਇੱਕ ਲੋਕਤੰਤਰ ਦੇ ਲਈ ਸ਼ਰਮਨਾਕ ਹੈ। ਸਾਰੀਆਂ ਜੋ ਮੈਂ ਗੌਰਮੈਂਟ ਇੰਸਟੀਟਿਊਸ਼ਨਾਂ ਨੂੰ ਪਾਵਰ ਦੇਣ ਦੇ ਖਿਲਾਫ ਨਹੀਂ, ਪਰੰਤੂ ਬਿਨਾਂ ਦੇਖਭਾਲ ਦੀ ਜਿਹੜੀ ਪਾਵਰ ਹੈ, ਬਿਨਾਂ ਸਵਾਲ ਦੀ ਜਿਹੜੀ ਪਾਵਰ ਹੈ, ਉਹ ਕਿਤੇ ਨਾ ਕਿਤੇ ਡਿਕਟੇਟਰਸ਼ਿਪ ਵੱਲ ਦੇਸ਼ ਨੂੰ ਲੈ ਜਾਂਦੀ ਹੈ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਅੱਜ ਸੰਜੇ ਸਿੰਘ ਨੇ ਇੰਟਰਵਿਊ ਦੌਰਾਨ ਦੱਸਿਆ ਕਿ 85% ਮਤਲਬ ਕੈਦੀ ਹੈ ਜਿਹੜੇ ਉਹ ਬਿਨਾਂ ਕਿਸੇ ਸੁਣਵਾਈ ਦੇ ਅੰਦਰ ਹੈ। ਉਹਨਾਂ ਨੂੰ ਹਜੇ ਤੱਕ ਉਹਨਾਂ ਦਾ ਕੋਈ ਉਹਨਾਂ ਨੂੰ ਕੋਰਟ ਦੇ ਵਿੱਚ ਸੁਣਵਾਈ ਦਾ ਮੌਕਾ ਨਹੀਂ ਮਿਲਿਆ, ਸਗੋਂ 5 ਤੋਂ ਲੈ ਕੇ 10 ਸਾਲਾਂ ਤੱਕ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ। ਤਾਂ ਇਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ, ਇਹ ਮੈਨੂੰ ਜ਼ਰੂਰ ਦੱਸਿਓ। ਅਤੇ ਨਾਲ ਹੀ ਕੱਲ ਕਾਂਗਰਸ ਪਾਰਟੀ ਵੱਲੋਂ ਆਪਣਾ ਚੋਣ ਮੈਨੀਫੈਸਟੋ ਹੈ ਜਿਹੜਾ ਉਹ ਦਿੱਤਾ ਗਿਆ। ਕਾਂਗਰਸ ਪਾਰਟੀ ਵੱਲੋਂ ਰੱਖੇ ਚੋਣ ਮੈਨੀਫੈਸਟੋ ਦੇ ਵਿੱਚ ਕਿਸਾਨਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਆਈ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਜਿਹੜੀ MSP ਹੈ ਉਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਉਸ ਦੀ ਗਰੰਟੀ ਦਾ ਜਿਹੜਾ ਕਾਨੂੰਨ ਹੈ ਉਹ ਕਾਂਗਰਸ ਦੀ ਸਰਕਾਰ ਵੱਲੋਂ ਬਣਾਇਆ ਜਾਵੇਗਾ। ਮੈਂ ਇਸ ਨਾਲ ਸਹਿਮਤ ਹਾਂ। ਜੇ ਤੁਸੀਂ ਵੀ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਮੈਨੂੰ ਦੱਸਿਓ ਤੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਨ ਸਮੇਂ श्री राहुल गांधी जी ने की अपने विचार रखे वो भी सुनो। 2019 में ये शुरू हुआ, आज ये एक तरह पीक पे पहुंच गया है। हिंदुस्तान के सारे इंस्टीट्यूशंस उनके हाथ में है, पॉलिटिकल फाइनेंस की मोनोपोली उनके हाथ में है। CBI, ED, इनकम टैक्स, EC, ये सारे के सारे बीजेपी के हाथ में है, बीजेपी के कंट्रोल में है। तो जैसे मैंने अपने भाषण में कहा, क्रिकेट मैच इज अ रिग्ड मैच। क्रिकेट मैच इज नॉट अ फेयर मैच। उसमें चाहे सोशल मीडिया की बात करें, आप हमारे नेताओं के, ऑपोजिशन नेताओं के सोशल मीडिया देख लीजिए, मेरा यूट्यूब देख लीजिए, मेरा फेस टाइम देख लीजिए, फेसबुक देख लीजिए, इंस्टाग्राम देख लीजिए,
तो ये सारा का सारा स्ट्रक्चर कंट्रोल्ड है, रिग्ड है। इसलिए बहुत जरूरी है कि जनता इस बात को समझे कि ये नॉर्मल चुनाव नहीं है, ये लोकतंत्र को बचाने का, संविधान को बचाने का चुनाव है और इसको लड़ना और जीतना बहुत जरूरी है। ये चुनाव 2-3%, 5% और बाकी हिंदुस्तान के बीच में चुनाव है, और जो बाकी हिंदुस्तान चाहता है वो इस मैनिफेस्टो में है, और जो 2% चाहता है, जो अदानी जी चाहते हैं, वो आप उनका मैनिफेस्टो देख लीजिए, आपको पता लग जाएगा, उसमें उनकी रिक्वेस्ट लिस्ट पूरी की पूरी आपको मिल जाएगी। कानून के बदलने की बात कर रही हो, आपकी प्राइवेसी की गारंटी दे रही हो। संवैधानिक न्याय के खंड में यह भी लिखा है कि कांग्रेस निजता के अधिकार में हस्तक्षेप करने वाले सभी कानूनों की समीक्षा करने और निजता के अधिकार को बनाए रखने के लिए विभिन्न कानूनों में उपयुक्त संशोधन करने का वादा करती है। कांग्रेस लोगों के शांतिपूर्वक एकत्र होने और संगठन बनाने के अधिकार को बनाए रखने का वादा करती है। एक राजनीतिक दल संगठन बनाने के अधिकार का वादा क्यों कर रहा है, यह समझना बहुत जरूरी है। कांग्रेस वादा करती है कि भोजन और पहनावे, प्यार और शादी और भारत के किसी भी हिस्से में यात्रा और निवास की व्यक्तिगत पसंद में हस्तक्षेप नहीं किया जाएगा। सभी कानून और नियम जो अनुचित रूप से हस्तक्षेप करते हैं उन्हें रद्द कर दिया जाएगा। इस चुनाव के दौरान दुनिया भर में भारत के लोकतंत्र को लेकर चिंताएं जताई जा रही हैं। कांग्रेस को सत्ता मिले ना मिले, मगर उसका घोषणा पत्र बता रहा है कि उसने इन चिंताओं को दस्तावेज का रूप दे दिया है और उसे दूर करने पर काफी गंभीरता से सोचा और विचार किया है। 16 सदस्यों की कमेटी के चेयरमैन पी चिदम्बरम ने कहा कि 2019 में ही हमने चेतावनी दी थी कि भारत निरंकुशवाद, ऑटोक्रेसी की तरफ बढ़ रहा है। अभी से ही कई जानकार लोकतंत्र की जगह इलेक्टोरल ऑटोक्रेसी, चुनावी निरंकुशवाद का इस्तेमाल करने लगे हैं।